ਅੱਜ ਅਸੀਂ ਕਰਾਂਗੇ +2 ਕਲਾਸ ਦਾ ਸੈਕਿੰਡ ਚੈਪਟਰ ਸੈਕਸ਼ੂਅਲ ਰੀਪਰੋਡਕਸ਼ਨ ਫਲਾਵਰਿੰਗ ਪਲਾਂਟਸ। ਜਿਵੇਂ ਕਿ ਸਾਨੂੰ ਪਤਾ ਹੀ ਆ, ਆਪਾਂ +1 'ਚ ਪੜ੍ਹਿਆ ਕਿ ਸਾਡੇ ਕੋਲ ਦੋ ਤਰ੍ਹਾਂ ਦੀ ਰੀਪਰੋਡਕਸ਼ਨ ਹੁੰਦੀ ਆ, ਸੈਕਸ਼ੂਅਲ ਰੀਪਰੋਡਕਸ਼ਨ ਐਂਡ ਏਸੈਕਸ਼ੂਅਲ ਰੀਪਰੋਡਕਸ਼ਨ। ਇੱਥੇ ਅਸੀਂ ਸਿਰਫ ਪਲਾਂਟ ਦੀ ਗੱਲ ਕਰਾਂਗੇ, ਬਟ ਉਸ ਤੋਂ ਪਹਿਲਾਂ ਇੱਕ ਜਨਰਲ ਇੰਟਰੋਡਕਸ਼ਨ ਕਿ ਇਹਨਾਂ ਦੋਨਾਂ ਰੀਪਰੋਡਕਸ਼ਨ 'ਚ ਡਿਫਰੈਂਸ ਕੀ ਆ। ਸਭ ਤੋਂ ਪਹਿਲਾਂ ਸੈਕਸ਼ੂਅਲ ਰੀਪਰੋਡਕਸ਼ਨ, ਇਹਨੂੰ ਅਸੀਂ ਦੂਜਾ ਨਾਮ ਕਹਿੰਦੇ ਆ ਐਮਫੀਮਿਕਸਿਸ। ਐਮਫੀਮਿਕਸਿਸ ਮਤਲਬ ਜਿਹਦੇ ਵਿੱਚ ਦੋ ਗੈਮੀਟਸ ਦਾ ਫਿਊਜ਼ਨ ਹੋ ਰਿਹਾ, ਠੀਕ ਹੈ। 2 ਗੈਮੀਟਸ ਆਰ ਗੈਟਿੰਗ ਫਿਊਜ਼ਡ, ਜਿਹਦੇ ਵਿੱਚ ਫਿਊਜ਼ਨ ਹੋ ਰਿਹਾ ਉਹਨੂੰ ਅਸੀਂ ਕਹਾਂਗੇ ਸੈਕਸ਼ੂਅਲ ਰੀਪਰੋਡਕਸ਼ਨ, ਜਾਂ ਉਹਦਾ ਦੂਜਾ ਨਾਮ ਆ ਐਮਫੀਮਿਕਸਿਸ। ਸੈਕਿੰਡ ਸਾਡੇ ਕੋਲ ਜਿਹੜੀ ਹੈਗੀ ਆ ਰੀਪਰੋਡਕਸ਼ਨ, ਦੈਟ ਇਜ਼ ਏਸੈਕਸ਼ੂਅਲ ਰੀਪਰੋਡਕਸ਼ਨ, ਉਹਨੂੰ ਅਸੀਂ ਕਹਿੰਦੇ ਆ ਐਪੋਮਿਕਸਿਸ। ਐਪੋਮਿਕਸਿਸ ਜਾਂ ਮਤਲਬ ਇਹਦੇ ਵਿੱਚ ਕੀ ਹੋ ਰਹੀ ਆ, ਐਪੋ ਮਤਲਬ ਵਿਦਾਊਟ, ਦੇयर ਇਜ਼ नो ਮਿਕਸਿੰਗ, ਵਿਦਾਊਟ ਮਿਕਸਿੰਗ, ਦੋ ਗੈਮੀਟ ਮਿਕਸ ਨਹੀਂ ਹੋ ਰਹੇ, ਸਿੰਗਲ ਪੇਰੈਂਟ ਤੋਂ ਹੀ ਜਿਹੜਾ ਆ ਉਹ ਨਿਊ ਪਲਾਂਟ, ਨਿਊ ਇੰਡੀਵਿਜੂਅਲ ਬਣ ਰਿਹਾ। ਜਿਹੜੀ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ, ਦੋ ਪੇਰੈਂਟਸ ਜਿਹੜੇ ਆ ਉਹ ਇਨਵੋਲਵਡ ਹੁੰਦੇ ਆ ਰੀਪਰੋਡਕਸ਼ਨ ਦੇ ਵਿੱਚ, ਠੀਕ ਹੈ। ਹੁਣ ਸਾਡੇ ਕੋਲ ਆਪਾਂ ਸਪੈਸ਼ਲੀ ਪਲਾਂਟਸ ਦੀ ਗੱਲ ਕਰਾਂਗੇ, ਅਤੇ ਪਲਾਂਟਸ ਦੇ ਵਿੱਚ ਸਾਡੇ ਕੋਲ ਜਿਹੜੀ ਰੀਪਰੋਡਕਟਿਵ ਆਰਗਨ ਆ, ਰੀਪਰੋਡਕਟਿਵ ਆਰਗਨ ਇਨ ਪਲਾਂਟਸ ਕੌਣ ਆ? ਐਜ਼ ਵੀ ਨੋ ਕਿ ਸਾਡੇ ਕੋਲ ਉਹ ਵਾਲਾ ਪਾਰਟ ਜਿਹਦੇ ਉੱਪਰ ਰੀਪਰੋਡਕਟਿਵ ਆਰਗਨਸ ਹੋਣਗੀਆਂ ਉਹਨੂੰ ਅਸੀਂ ਕਹਾਂਗੇ ਕਿ ਉਹ ਰੀਪਰੋਡਕਟਿਵ ਆਰਗਨ ਆ। ਹੁਣ ਪਲਾਂਟ ਦੇ ਵਿੱਚ ਜਿਹੜੀ ਫਲਾਰ ਹੁੰਦਾ ਆ ਉਹ ਉਹਦੀ ਰੀਪਰੋਡਕਟਿਵ ਆਰਗਨ ਹੁੰਦੀ ਆ, ਬਿਕਾਜ਼ ਇਹਦੇ ਵਿੱਚ ਜਿਹੜੇ ਵੀ ਮੇਲ ਜਾਂ ਫੀਮੇਲ ਪਾਰਟਸ ਹੁੰਦੇ ਆ ਜਿਹਦੇ ਤੋਂ ਸੀਡ ਬਣਦਾ ਆ, ਉਸ ਤੋਂ ਬਾਅਦ ਨਿਊ ਪਲਾਂਟ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਹੁੰਦੀ ਹੈ। ਹੁਣ ਇਹ ਵਾਲਾ ਜਿਹੜਾ ਫਲਾਰ ਹੁੰਦਾ ਆ, ਅਸੀਂ ਕਿਹਾ ਕਿ ਫਲਾਰ ਉਹਦੀ ਰੀਪਰੋਡਕਟਿਵ ਆਰਗਨ ਆ, ਬਟ ਇਹ ਬਣੀ ਕਿੱਥੋਂ ਆ? ਜਿਹੜੀ ਫਲਾਰ ਆ ਇਟਸੈਲਫ ਇਜ਼ ਅ ਫਲਾਰ ਇਜ਼ ਅ ਮੋਡੀਫਾਈਡ ਸ਼ੂਟ। ਇੱਕ ਮੋਡੀਫਾਈਡ ਸ਼ੂਟ ਆ, ਮਤਲਬ ਇਹ ਹੈਗੀ ਪਹਿਲਾਂ ਜਦੋਂ ਐਵੋਲਿਊਸ਼ਨ ਹੋਇਆ, ਜਿਵੇਂ ਆਪਾਂ ਪੜ੍ਹਿਆ +1 ਦੇ ਵਿੱਚ ਕਿ ਜਿਹੜੇ ਐਂਜੀਓਸਪਰਮਸ ਆ ਉਹ ਜਿਮਨੋਸਪਰਮਸ ਤੋਂ ਬਾਅਦ ਵਿੱਚ ਬਣੇ ਆ, ਮਤਲਬ ਪਹਿਲਾਂ ਵਾਲੇ ਫਲਾਵਰਿੰਗ ਪਲਾਂਟ ਪਹਿਲਾਂ ਨਹੀਂ ਸੀਗੇ, ਠੀਕ ਹੈ। ਇਨ ਦਾ ਐਵੋਲਿਊਸ਼ਨ ਟਰੈਂਡ ਜਦੋਂ ਆਪਾਂ ਦੇਖਦੇ ਹਾਂ, ਉਹਨਾਂ ਦੀ ਹਾਇਰਾਰਕੀ ਦੇਖਦੇ ਹਾਂ, ਅਤੇ ਇਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਜਿਮਨੋਸਪਰਮ ਆ ਉਹਨਾਂ ਦੀ ਪ੍ਰੋਡਕਸ਼ਨ ਪਹਿਲਾਂ ਹੋਈ ਆ ਐਂਡ ਐਂਜੀਓਸਪਰਮਸ ਬਾਅਦ ਵਿੱਚ ਬਣੇ ਆ। ਅਤੇ ਐਂਜੀਓਸਪਰਮਸ ਹੀ ਇਹੋ ਜਿਹੇ ਪਲਾਂਟਸ ਨੇ ਜਿਨ੍ਹਾਂ ਦੇ ਵਿੱਚ ਫਲਾਰ ਦੀ ਫੋਰਮੇਸ਼ਨ ਜਿਹੜੀ ਆ ਉਹ ਹੁੰਦੀ ਆ। ਹੁਣ ਜਿਹੜੀ ਫਲਾਰ ਦੀ ਫੋਰਮੇਸ਼ਨ ਹੁੰਦੀ ਆ ਅਤੇ ਇਹਨਾਂ ਦਾ ਐਵੋਲਿਊਸ਼ਨ ਕਿਤੋਂ ਹੋਇਆ ਹੋਏਗਾ, ਕੋਈ ਇਹੋ ਜਿਹੀ ਪਰਟੀਕੂਲਰ ਆਰਗਨ ਹੋਏਗੀ ਜਿਹਦੇ ਵਿੱਚੋਂ ਪਲਾਂਟ ਨੇ ਡਿਵੈਲਪ ਕੀਤਾ ਆ ਫਲਾਰ, ਠੀਕ ਹੈ। ਹੁਣ ਉਹ ਵਾਲਾ ਜਿਹੜਾ ਫਲਾਰ ਆ ਉਹ ਸਾਡੇ ਕੋਲ ਇੱਕ ਮੋਡੀਫਾਈਡ ਸ਼ੂਟ ਆ, ਮਤਲਬ ਸ਼ੂਟ ਦੀਆਂ ਜਿਹੜੀਆਂ ਹਿੱਸਿਆਂ ਤੋਂ ਡਿਵੈਲਪ ਹੋ ਕੇ ਉਹਦਾ ਫਲਾਰ ਦੇ ਵਿੱਚ ਜਿਹੜਾ ਆ ਉਹ ਐਵੋਲਿਊਸ਼ਨ ਹੋਇਆ, ਠੀਕ ਹੈ। ਹੁਣ ਜਿੰਨੇ ਵੀ ਸਾਡੇ ਕੋਲ ਬਾਕੀ ਹਿੱਸੇ ਹੁੰਦੇ ਆ, ਠੀਕ ਹੈ, ਜਿਹੜਾ ਸਾਡੇ ਕੋਲ ਫਲਾਰ ਆ ਉਹਦੇ ਜਿਹੜੇ ਬਾਕੀ ਹਿੱਸੇ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜਿਹੜੇ ਉਹ ਮੋਡੀਫਾਈਡ ਲੀਵਸ ਹੁੰਦੇ ਨੇ। ਮੋਡੀਫਾਈਡ ਲੀਵਸ ਜਿਹੜੇ ਨੇ ਉਹ ਪ੍ਰੈਜ਼ੈਂਟ ਹੁੰਦੇ ਆ ਇਹਦੇ ਵਿੱਚ ਫਲਾਰ ਦੇ ਵਿੱਚ, ਜਿਹੜੇ ਬਾਕੀ ਹਿੱਸੇ ਨੇ, ਜਿੱਦਾਂ ਆਪਾਂ ਕਹਿ ਸਕਦੇ ਹਾਂ ਸਾਡੇ ਕੋਲ ਕੈਲਿਕਸ ਕੋਰੋਲਾ ਜਿਹੜਾ ਹੁੰਦਾ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਫਲੋਰਲ ਅਪੈਂਡੇਜਿਸ ਨੇ, ਠੀਕ ਆ। ਫਲੋਰਲ ਅਪੈਂਡੇਜਿਸ ਆ, ਹੁਣ ਫਲਾਰ ਕੀ ਪ੍ਰੋਡਿਊਸ ਕਰਦੇ, ਸਾਰੇ ਪ੍ਰੋਸੈਸ ਆਪਾਂ ਅੱਗੇ ਪੜ੍ਹਾਂਗੇ। ਹੁਣ ਸਾਡੇ ਕੋਲ ਜਿਹੜਾ ਇੱਕ ਟਿਪੀਕਲ ਐਂਜੀਓਸਪਰਮਿਕ ਫਲਾਰ ਆ, ਟਿਪੀਕਲ ਐਂਜੀਓਸਪਰਮਿਕ ਫਲਾਰ ਮਤਲਬ ਜਿਹੜਾ ਐਕਚੁਅਲ ਆ, ਅਸੀਂ ਇਹਦੇ ਵਿੱਚ ਕਾਮਨ ਜਿਹੜਾ ਮੋਸਟ ਕਾਮਨ ਚੀਜ਼ ਉਹ ਲੈਂਦੇ ਹਾਂ ਕਿ ਸਾਡੇ ਕੋਲ ਟਿਪੀਕਲ ਐਂਜੀਓਸਪਰਮਿਕ ਪਲਾਂਟ ਆ, ਉਹਦੇ ਕਿਹੜੇ ਕਿਹੜੇ ਵਰਲਸ ਹੁੰਦੇ ਨੇ। ਸਾਡੇ ਕੋਲ ਉਹਦੇ 4 ਵਰਲਸ ਹੁੰਦੇ ਨੇ, ਸਾਡੇ ਕੋਲ 4 ਹਿੱਸੇ ਹੁੰਦੇ ਆ ਮੇਨ ਫਲਾਰ ਦੇ ਵਿੱਚ। ਨੰਬਰ 1 ਇਜ਼ ਕੈਲਿਕਸ, ਨੰਬਰ 2 ਇਜ਼ ਕੋਰੋਲਾ, ਨੰਬਰ 3 ਇਜ਼ ਐਂਡਰੋਸ਼ੀਅਮ, and number 4 is gynoecium, ਠੀਕ ਹੈ। ਹੁਣ ਜਿਹੜਾ ਕੈਲਿਕਸ ਆ, ਆਪਾਂ ਕਿਹੜੇ ਹਿੱਸਿਆਂ ਨੂੰ ਕੈਲਿਕਸ ਕਹਿੰਦੇ ਆ? ਸੈਪਲਸ ਜਿੰਨੇ ਸਾਡੇ ਕੋਲ ਹੁੰਦੇ ਆ, ਠੀਕ ਹੈ। ਆਪਾਂ +1 'ਚ ਪੜ੍ਹ ਚੁੱਕੇ ਹਾਂ ਕਿ ਸੈਪਲਸ ਕੀ ਹੁੰਦੇ ਆ। ਜਿਹੜੇ ਸੈਪਲਸ ਆ ਉਹਨਾਂ ਨੂੰ ਅਸੀਂ ਕੈਲਿਕਸ ਕਹਿੰਦੇ ਆ। ਕੋਰੋਲਾ ਅਸੀਂ ਕਿਹਨੂੰ ਕਹਿੰਦੇ ਆ? ਜਿੰਨੇ ਵੀ ਸਾਡੇ ਕੋਲ ਪੈਟਲਸ ਹੁੰਦੇ ਆ, ਜਿਹੜੇ ਵੀ ਮੋਸਟਲੀ ਕਲਰਡ ਜਿਹੜੀਆਂ
ਵਰਲਸ ਹੁੰਦੇ ਆ ਫਲਾਰ ਦੇ ਉੱਪਰ, ਉਹਨਾਂ ਨੂੰ ਅਸੀਂ ਪੈਟਲਸ ਕਹਿੰਦੇ ਆ ਜਾਂ ਕੋਰੋਲਾ ਕਹਿੰਦੇ ਆ। ਐਂਡਰੋਸ਼ੀਅਮ ਜਿਹੜਾ ਸਾਡੇ ਕੋਲ ਉਹ ਸਟੇਮਨ ਵਾਲਾ ਪਾਰਟ, ਸਟੇਮਨ ਮਤਲਬ ਜਿਹੜਾ ਸਾਡੇ ਕੋਲ ਮੇਲ ਪਾਰਟ ਹੋਊਗਾ ਉਹਨੂੰ ਅਸੀਂ ਕਵਾਂਗੇ, ਮੇਲ ਪਾਰਟ ਜਿਹੜਾ ਹੋਊਗਾ ਉਹ ਐਂਡਰੋਸ਼ੀਅਮ ਕਹਿਲਾਉਂਦਾ ਹੈ, ਜਾਂ ਉਹਨੂੰ ਅਸੀਂ ਸਟੇਮਨ ਵੀ ਕਹਿੰਦੇ ਆ। ਨੈਕਸਟ ਇਜ਼ ਗਾਇਨੋਸ਼ੀਅਮ। ਗਾਇਨੋਸ਼ੀਅਮ ਅਸੀਂ ਕਹਿ ਦਿੰਦੇ ਆ ਕਾਰਪਲ ਨੂੰ, ਕਾਰਪਲ ਮਤਲਬ ਫੀਮੇਲ, ਦੂਜਾ ਨਾਮ ਇਹਦਾ ਪਿਸਟਲ। ਠੀਕ ਹੈ, ਇਹ ਕੁਝ ਇੰਪੋਰਟੈਂਟ ਟਰਮਸ ਆ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਆ। ਇਹਦੇ ਵਿੱਚ ਯਾਦ ਰੱਖਣ ਵਾਲੀ ਕਿਹੜੀ ਚੀਜ਼ ਹੈ ਕਿ ਗਾਇਨੋਸ਼ੀਅਮ ਦੇ ਦੂਜੇ ਨਾਮ ਕਿਹੜੇ ਆ, ਕਾਰਪਲ ਆ, ਪਿਸਟਲ ਆ। ਅੱਗੇ ਆਪਾਂ ਪੜ੍ਹਾਂਗੇ ਇਸੇ ਚੈਪਟਰ ਦੇ ਵਿੱਚ ਕਿ ਪਿਸਟਲ ਪੋਲਨ ਪਿਸਟਲ ਇੰਟਰੈਕਸ਼ਨ ਆ, ਉਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਕਿ ਪਿਸਟਲ ਕਿੱਥੋਂ ਆਇਆ। ਪਿਸਟਲ ਇਜ਼ ਅ ਫੀਮੇਲ ਪਾਰਟ ਔਰ ਕਾਰਪਲ ਇਜ਼ ਅ ਫੀਮੇਲ ਪਾਰਟ। ਠੀਕ ਹੈ, ਇਹ ਉਹਦੀਆਂ ਦੂਜੇ ਨਾਮ ਨੇ, ਦੂਜੇ ਨਾਵਾਂ ਨਾਲ ਜਾਣੇ ਜਾਂਦੇ ਨੇ। ਠੀਕ ਹੈ, ਹੁਣ ਸਾਡੇ ਕੋਲ ਜਿਹੜੇ ਇਹ 4 ਵਰਲਸ ਸੀਗੇ ਜਿਹੜੇ ਆਪਾਂ ਪੜ੍ਹੇ ਆ, ਕੈਲਿਕਸ, ਕੋਰੋਲਾ, ਐਂਡਰੋਸ਼ੀਅਮ, ਗਾਇਨੋਸ਼ੀਅਮ, ਉਹਦੇ ਵਿੱਚੋਂ ਸਾਡੇ ਕੋਲ ਕੁਝ ਅਸੀਂ ਉਹਨਾਂ ਨੂੰ 2 ਹਿੱਸਿਆਂ 'ਚ ਡਿਵਾਈਡ ਕਰਦੇ ਹਾਂ। ਸਾਡੇ ਕੋਲ ਇੱਕ ਕਹਿਲਾਉਣਗੇ ਇਸੈਂਸ਼ੀਅਲ ਵਾਲਸ, ਇਸੈਂਸ਼ੀਅਲ ਵਾਲਸ ਹੋਣਗੇ, ਅਤੇ ਦੂਜੇ ਸਾਡੇ ਕੋਲ ਹੋਣਗੇ ਨੋਨ ਇਸੈਂਸ਼ੀਅਲ ਵਾਲਸ, ਨੋਨ ਇਸੈਂਸ਼ੀਅਲ ਵਾਲਸ। ਹੁਣ ਜਿਹੜੇ ਸਾਡੇ ਕੋਲ ਇਸੈਂਸ਼ੀਅਲ ਵਾਲਸ ਨੇ, ਠੀਕ ਹੈ, ਇਸੈਂਸ਼ੀਅਲ ਨਾਮ ਦੱਸਦਾ ਪਿਆ ਕਿ ਇਹ ਉਹ ਵਾਲੇ ਵਾਲਸ ਹੋਣਗੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ, ਜਾਂ ਜਿਨ੍ਹਾਂ ਤੋਂ ਬਿਨਾਂ ਫਲਾਰ ਜਿਹੜਾ ਆ ਉਹ ਕਿਸੇ ਕੰਮ ਦਾ ਨਹੀਂ ਆ, ਸਿੰਪਲ ਲੈਂਗੁਏਜ 'ਚ ਜੇ ਕਹੀਏ। ਠੀਕ ਹੈ, ਅਤੇ ਜਿਹੜੇ ਨੋਨ ਇਸੈਂਸ਼ੀਅਲ ਹੋਣਗੇ ਇਹਦੇ ਵਿੱਚ ਇਹ ਵਾਲੇ ਪਾਰਟ ਜਿਨ੍ਹਾਂ ਦਾ ਡਾਇਰੈਕਟਲੀ ਕੋਈ ਡਾਇਰੈਕਟਲੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਇਨਡਾਇਰੈਕਟ ਵੇ ਦੇ ਨਾਲ ਇਹ ਰੀਪਰੋਡਕਸ਼ਨ 'ਚ ਕੰਮ ਕਰਦੇ ਪਏ ਆ, ਡਾਇਰੈਕਟਲੀ ਪਾਰਟੀਸਪੇਟ ਨਹੀਂ ਕਰਦੇ ਪਏ। ਠੀਕ ਹੈ, ਹੁਣ ਅਸੀਂ ਇਹ ਦੇਖਾਂਗੇ ਕਿ ਇਸੈਂਸ਼ੀਅਲ ਵਾਲਸ ਕੌਣ ਆ। ਇਸੈਂਸ਼ੀਅਲ ਵਾਲ ਸਾਡੇ ਕੋਲ 2 ਹੋਣਗੇ, ਸਟੇਮਨ ਐਂਡ ਕਾਰਪਲ, ਸਟੇਮਨ ਐਂਡ ਕਾਰਪਲ। ਹੁਣ ਇੱਥੇ ਕੀ ਯਾਦ ਰੱਖਣਾ ਤੁਸੀਂ ਕਿ ਜਦੋਂ ਵੀ ਸਟੇਮਨ ਅਤੇ ਕਾਰਪਲ ਦੀ ਗੱਲ ਹੋ ਰਹੀ ਆ, ਤੁਹਾਡੇ ਨਾਮ ਆਟੋਮੈਟਿਕਲੀ ਜਿਹੜਾ ਆਪਾਂ ਲਰਨ ਕਰ ਚੁੱਕੇ ਹਾਂ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਟੇਮਨ ਅਤੇ ਕਾਰਪਲ ਕਿਹਨੂੰ ਕਹਿੰਦੇ ਆ। ਐਂਡਰੋਸ਼ੀਅਮ ਐਂਡ ਗਾਇਨੋਸ਼ੀਅਮ ਮਤਲਬ ਸਾਡੇ ਕੋਲ ਜਿਹੜਾ ਮੇਲ ਪਾਰਟ ਆ ਐਂਡ ਫੀਮੇਲ ਪਾਰਟ ਆ, ਇਹ ਸਾਡੇ ਕੋਲ ਇਸੈਂਸ਼ੀਅਲ ਵਾਲਸ ਨੇ। ਇੱਕ ਮੇਲ ਪਾਰਟ ਆ, ਇੱਕ ਫੀਮੇਲ ਪਾਰਟ ਆ, ਇਹਨਾਂ ਦਾ ਡਾਇਰੈਕਟ ਰੋਲ ਆ ਰੀਪਰੋਡਕਸ਼ਨ ਦੇ ਵਿੱਚ। ਠੀਕ ਹੈ, ਅਤੇ ਜਿਹੜੇ ਨੋਨ ਇਸੈਂਸ਼ੀਅਲ ਵਾਲਸ ਨੇ, ਨੋਨ ਇਸੈਂਸ਼ੀਅਲ ਵਾਲਸ ਆ ਡਾਇਰੈਕਟਲੀ ਦੇ ਡੋਂਟ ਡਾਇਰੈਕਟਲੀ ਪਾਰਟੀਸਪੇਟ ਔਰ ਇਨਵੋਲਵ ਇਨ ਰੀਪਰੋਡਕਸ਼ਨ। ਠੀਕ ਹੈ, ਇਹਦੇ ਵਿੱਚ ਆ ਜਾਏਗਾ ਸਾਡਾ ਕੈਲਿਕਸ ਐਂਡ ਕੋਰੋਲਾ। ਇਹ ਜਿਹੜੇ ਆ ਇਹ ਡਾਇਰੈਕਟਲੀ ਪਾਰਟੀਸਪੇਟ ਨਹੀਂ ਕਰਨਗੇ ਰੀਪਰੋਡਕਸ਼ਨ ਦੇ ਵਿੱਚ। ਠੀਕ ਹੈ, ਹੁਣ ਕੀ ਆ ਇਹਨਾਂ ਦੇ ਆਪਾਂ ਰੋਲ ਪੜ੍ਹਾਂਗੇ ਅੱਗੇ ਕਿ ਇਹਨਾਂ ਦਾ ਰੋਲ ਹੈ ਕੀ, ਬਟ ਡਾਇਰੈਕਟ ਇਹਨਾਂ ਦਾ ਕੋਈ ਇਹਨਾਂ ਦੇ ਪਾਰਟ ਯੂਜ਼ ਨਹੀਂ ਹੁੰਦੇ ਸੀਡ ਫੋਰਮੇਸ਼ਨ 'ਚ ਜਾਂ ਫਲਾਰ ਦੇ ਵਿੱਚ, ਇਸ ਕਰਕੇ ਇਹਨਾਂ ਨੂੰ ਕੋਈ ਆਪਾਂ ਇਹ ਕਹਿੰਦੇ ਆ ਕਿ ਨੋਨ ਇਸੈਂਸ਼ੀਅਲ ਵਾਲਸ ਆ। ਬਟ ਇਹਦਾ ਮਤਲਬ ਇਹ ਨਹੀਂ ਆ ਕਿ ਇਹਨਾਂ ਦਾ ਕੋਈ ਰੋਲ ਹੈ ਹੀ ਨਹੀਂ, ਰੋਲ ਹੈਗਾ ਆ ਬਟ ਨਾਟ ਲਾਈਕ ਸਟੇਮਨ ਔਰ ਕਾਰਪਲ। ਠੀਕ ਹੈ, ਹੁਣ ਸਾਡੇ ਕੋਲ ਜਿਹੜਾ ਫਲਾਰ ਆ, ਫਲਾਰ ਜਿਹੜੇ ਆ ਉਹਦੇ ਵਿੱਚ ਉਹਦੇ ਬਾਕੀ ਪਾਰਟਸ ਜਿੰਨੇ ਵੀ ਆਪਾਂ ਪੜ੍ਹੇ ਆ ਉਹਦੇ 'ਚ ਨੈਕਸਟ ਪਾਰਟ ਕਰਨ ਤੋਂ ਪਹਿਲਾਂ ਤੁਸੀਂ +1 'ਚ ਪੜ੍ਹਿਆ ਹੋਏਗਾ ਕਿ ਯੂਨੀਸੈਕਸ਼ੁਅਲ ਫਲਾਰਸ ਕਿਹੜੇ ਹੁੰਦੇ ਆ, ਜਾਂ ਬਾਈਸੈਕਸ਼ੁਅਲ ਫਲਾਰ ਜਾਂ ਆਰਗੇਨਿਜ਼ਮ ਕਿਹੜੇ ਹੁੰਦੇ ਆ। ਇਹ ਟੌਪਿਕ ਜ਼ਰੂਰ ਇੱਕ ਵਾਰ ਦੇਖ ਲੈਣਾ, ਪਿਛਲਾ ਆਪਾਂ ਕੀਤਾ ਹੋਇਆ, ਤੁਹਾਨੂੰ ਆਉਂਦਾ ਵੀ ਹੋਏਗਾ। ਠੀਕ ਹੈ, ਹੁਣ ਸਾਡੇ ਕੋਲ ਆ ਇਹ ਵਾਲਾ ਪੂਰਾ ਜਿਹੜਾ ਚੈਪਟਰ ਅਸੀਂ ਕਰਨਾ ਆ ਉਹਦੇ ਵਿੱਚ ਸਾਡੇ ਕੋਲ 5 ਪ੍ਰੋਸੈਸਿਸ ਇਨਵੋਲਵ ਹੋਣਗੇ। ਮੇਨ ਜਿਹੜਾ ਇਹ ਚੈਪਟਰ ਆ ਉਹਨੂੰ ਅਸੀਂ 5 ਹਿੱਸਿਆਂ 'ਚ ਡਿਵਾਈਡ ਕਰਾਂਗੇ। ਠੀਕ ਹੈ, ਫਸਟ ਵਨ ਇਜ਼ ਮਾਈਕਰੋਸਪੋਰੋਜੈਨੇਸਿਸ, microsporogenesis and microgametogenesis, microgametogenesis. Second one is megasporogenesis, megasporogenesis and megagametogenesis. Next is third, pollination. Fourth one is fertilization. And fifth and last one is embryogeny. Embryogeny.
ਹੁਣ ਇਹਦੇ ਵਿੱਚ ਕੀ ਆ, ਜਿੰਨੇ ਵੀ ਇਹ 5 ਪ੍ਰੋਸੈਸਿਸ ਆ ਇਹਨਾਂ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਆ ਮਾਈਕਰੋਸਪੋਰੋਜੈਨੇਸਿਸ। ਇਹਦਾ ਮਤਲਬ ਕੀ ਆ ਕਿ ਮਾਈਕਰੋਸਪੋਰ ਦਾ ਜਨਰੇਸ਼ਨ ਹੋਣਾ। ਮਾਈਕਰੋਸਪੋਰ ਜਿਹੜਾ ਸੀ ਮੇਲ ਗੈਮੇਟ ਹੁੰਦਾ ਹੈ ਫਲਾਰ ਦਾ, ਉਹਦੇ ਵਾਸਤੇ ਬਿਕਾਜ਼ ਉਹਦਾ ਸਾਈਜ਼ ਕੰਪੈਰੇਟਿਵਲੀ ਫੀਮੇਲ ਇਜ਼ ਸਮੋਲਰ, ਫੀਮੇਲ ਦੇ ਕੰਪੈਰੇਟਿਵਲੀ ਸਮੋਲਰ ਸਾਈਜ਼ ਦੇ ਪੋਲਨਸ ਹੁੰਦੇ ਆ ਅਤੇ ਉਹਨਾਂ ਨੂੰ ਮਾਈਕਰੋਗੈਮਿਟਸ ਕਿਹਾ ਜਾਂਦਾ। ਇਹਦੇ ਵਿੱਚ ਅਸੀਂ ਇਹਨੂੰ ਮਾਈਕਰੋਸਪੋਰੋਜੈਨੇਸਿਸ ਕਹਾਂਗੇ ਇਹ ਵਾਲੇ ਪ੍ਰੋਸੈਸ ਨੂੰ, ਜਿਹਦੇ ਵਿੱਚ ਮੇਲ ਗੈਮੇਟ ਦੀ ਫੋਰਮੇਸ਼ਨ ਜਿਹੜੀ ਆ ਉਹ ਹੋਏਗੀ। ਸੈਕਿੰਡ ਇਜ਼ ਮੈਗਾਸਪੋਰੋਜੈਨੇਸਿਸ, ਜਿਹਦੇ ਵਿੱਚ ਫੀਮੇਲ ਗੈਮੇਟ ਦੀ ਫੋਰਮੇਸ਼ਨ ਜਿਹੜੀ ਆ ਹੋਊਗੀ, ਉਹਨੂੰ ਅਸੀਂ ਕਹਾਂਗੇ ਮੈਗਾਸਪੋਰੋਜੈਨੇਸਿਸ ਆ, ਜਾਂ ਫੀਮੇਲ ਦਾ ਜਿਹੜਾ ਸਪੋਰ ਆ ਉਹਦੀ ਪ੍ਰੋਡਕਸ਼ਨ ਆ। ਥਰਡ ਵਨ ਇਜ਼ ਪੋਲੀਨੇਸ਼ਨ। ਪੋਲੀਨੇਸ਼ਨ ਮਤਲਬ ਟ੍ਰਾਂਸਫਰ ਆਫ ਪੋਲਨ ਫਰੋਮ ਐਂਥਰ ਟੂ ਸਟਿਗਮਾ। ਠੀਕ ਹੈ, ਉਹਦੇ ਵਿੱਚ ਕਿਹੜੇ ਪ੍ਰੋਸੈਸ ਇਨਵੋਲਵ ਹੁੰਦੇ ਆ ਜਾਂ ਕਿਹੜੇ ਟਾਈਪਸ ਦੀ ਪੋਲੀਨੇਸ਼ਨ ਆ ਉਹ ਆਪਾਂ ਡਿਟੇਲ ਅੱਗੇ ਪੜ੍ਹਾਂਗੇ। ਫੋਰਥ ਵਨ ਇਜ਼ ਫਰਟੀਲਾਈਜੇਸ਼ਨ, ਕਿ ਜਦੋਂ ਵੀ ਪੋਲਨ ਪਿਸਟਲ ਇੰਟਰੈਕਸ਼ਨਸ ਹੁੰਦੀਆਂ ਆ ਉਦੋਂ ਕਿਹੜੇ ਪ੍ਰੋਸੈਸ ਇਨਵੋਲਵ ਹੁੰਦੇ ਆ। ਐਮਬਰੀਓ ਜਾਨੀ ਕਿ ਉਸ ਫਰਟੀਲਾਈਜੇਸ਼ਨ ਤੋਂ ਬਾਅਦ ਐਮਬਰੀਓ ਦੀ ਫੋਰਮੇਸ਼ਨ ਕਿਵੇਂ ਹੁੰਦੀ ਆ। ਇਹ ਪੂਰੇ 5 ਪਾਰਟਸ ਦੇ ਵਿੱਚ ਆਪਾਂ ਇਹ ਚੈਪਟਰ ਨੂੰ ਡਿਵਾਈਡ ਕਰ ਲਾਂਗੇ। ਹੁਣ ਅਸੀਂ ਸਭ ਤੋਂ ਪਹਿਲਾ ਵਾਲਾ ਪਾਰਟ ਪੜ੍ਹਾਂਗੇ ਮਾਈਕਰੋਸਪੋਰੋਜੈਨੇਸਿਸ। ਮਾਈਕਰੋਸਪੋਰੋਜੈਨੇਸਿਸ ਐਂਡ ਮਾਈਕਰੋਗੈਮੇਟੋਜੈਨੇਸਿਸ। ਹੁਣ ਸਾਡੇ ਕੋਲ ਜਿਹੜਾ ਹੈਗਾ ਆ ਮਾਈਕਰੋਸਪੋਰੋਜੈਨੇਸਿਸ ਜਾਂ ਮਾਈਕਰੋਗੈਮੇਟੋਜੈਨੇਸਿਸ ਹੈ ਕਿ ਜਿਹੜਾ ਮਾਈਕਰੋਸਪੋਰ ਦਾ ਬਣਨਾ ਉਹਨੂੰ ਅਸੀਂ ਕਹਿੰਦੇ ਹਾਂ ਮਾਈਕਰੋਸਪੋਰੋਜੈਨੇਸਿਸ। ਉਸ ਮਾਈਕਰੋਸਪੋਰ ਤੋਂ ਮਾਈਕਰੋਗੈਮੀਟ ਦਾ ਬਣਨਾ, ਜਿਹੜੇ ਉਹ ਵਾਲੇ ਰੀਪਰੋਡਕਟਿਵ ਸੈੱਲ ਉਸ ਮਾਈਕਰੋਸਪੋਰ ਤੋਂ ਗੈਮੀਟ ਨੂੰ ਬਣਾਉਂਦੇ ਆ, ਉਹਨੂੰ ਅਸੀਂ ਕਹਿੰਦੇ ਹਾਂ ਮਾਈਕਰੋਗੈਮੇਟੋਜੈਨੇਸਿਸ। ਠੀਕ ਹੈ, ਪਹਿਲਾਂ ਬਣਦਾ ਮਾਈਕਰੋਸਪੋਰ ਤੋਂ ਬਾਅਦ ਬਣਦਾ ਮਾਈਕਰੋਗੈਮੀਟ। ਠੀਕ ਹੈ, ਹੁਣ ਇਹਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਪਹਿਲਾਂ ਵੀ ਕਿ ਜਿਹੜਾ ਮੇਲ ਰੀਪਰੋਡਕਟਿਵ ਆਰਗਨ ਇਨ ਐਂਜੀਓਸਪਰਮਸ ਆ ਉਹ ਐਂਡਰੋਸ਼ੀਅਮ ਆ। ਠੀਕ ਹੈ, ਜਿਹੜੀ ਵੀ ਸਾਡੇ ਕੋਲ ਮੇਲ ਰੀਪਰੋਡਕਟਿਵ ਆਰਗਨ in angiosperms ਦੀ reproductive organ ਕੌਣ ਆ? Androecium, we know that. ਠੀਕ ਹੈ, ਹੁਣ ਜਿਹੜਾ ਐਂਡਰੋਸ਼ੀਅਮ ਆ ਉਹਦੇ ਪਾਰਟਸ ਕਿਹੜੇ ਹੋਣਗੇ, ਉਹਦੇ ਕਿਹੜੇ ਪਾਰਟ ਆ, ਇਹ ਥੋੜ੍ਹਾ ਜਿਹਾ ਆਪਾਂ ਪਹਿਲਾਂ ਇੱਕ ਜਨਰਲ ਡਿਸਕਸ ਕਰ ਲਵਾਂਗੇ। ਠੀਕ ਹੈ, ਇਹ ਸਾਡੇ ਕੋਲ ਵੈਸੇ ਤਾਂ ਐਂਡਰੋਸ਼ੀਅਮ ਦੀਆਂ ਬਹੁਤ ਸਾਰੀਆਂ ਸ਼ੇਪਸ ਹੋ ਸਕਦੀਆਂ, ਬਟ ਅਸੀਂ ਜਿਹੜੀ ਇੱਥੇ ਡਰਾ ਕਰ ਰਹੇ ਹਾਂ ਦੈਟ ਇਜ਼ ਦਾ ਮੋਸਟ ਕਾਮਨ। ਠੀਕ ਹੈ, ਹੁਣ ਇਹਦੇ ਵਿੱਚ ਜਿਹੜਾ ਸਾਡੇ ਕੋਲ ਇੰਨਾ ਵਾਲਾ ਪਾਰਟ ਹੈ, ਆਹ ਵਾਲਾ ਜਿਹੜਾ ਅੱਪਰ ਪਾਰਟ ਤੁਸੀਂ ਦੇਖ ਰਹੇ ਹੋ, ਠੀਕ ਹੈ, ਇਹ 2 ਲੋਬਸ ਵਾਲਾ, ਇਹ ਸਾਡੇ ਕੋਲ ਹੈਗਾ ਆ ਐਂਥਰ ਦੀਆਂ ਲੋਬਸ। ਇਹਨੂੰ ਅਸੀਂ ਕਵਾਂਗੇ ਐਂਥਰ ਲੋਬਸ। ਠੀਕ ਹੈ, ਜਦੋਂ ਐਂਥਰ ਲੋਬਸ ਦੀ ਇਹ ਵਾਲਾ ਲਾਸਟ ਹੈਗਾ ਫਿਲਾਮੈਂਟ। ਠੀਕ ਹੈ, ਇਹ 10th 'ਚ ਵੀ ਤੁਸੀਂ ਪੜ੍ਹਿਆ ਹੋਏਗਾ, +1 'ਚ ਵੀ ਪੜ੍ਹਿਆ ਹੋਏਗਾ। ਠੀਕ ਹੈ, ਇਹਦੀ ਲੈਂਥ ਵੇਰੀ ਕਰ ਸਕਦੀ ਫਿਲਾਮੈਂਟ ਦੀ, ਉਹ ਟਾਈਪਸ 'ਤੇ ਵੇਰੀ ਕਰਦਾ। ਇਹਦੇ ਵਿੱਚ ਤੁਸੀਂ ਇਹ ਮੋਰਫੋਲੋਜੀ ਇਨ ਫਲਾਵਰਿੰਗ ਪਲਾਂਟ ਜਿਹੜਾ ਚੈਪਟਰ ਹੈ ਤੁਹਾਡਾ +1 ਦਾ, ਉਹਦੇ ਵਿੱਚ ਪੜ੍ਹਿਆ ਹੋਏਗਾ। ਐਂਥਰ ਲੋਬਸ ਕੀ ਹੁੰਦੀਆਂ? ਐਂਥਰ ਲੋਬਸ ਜਿੱਥੇ ਪ੍ਰੋਡਕਸ਼ਨ ਹੋਣੀ ਆ ਪੋਲਨਸ ਦੀ, ਉਹ ਵਾਲੀਆਂ ਲੋਬਸ ਜਿਹੜੀਆਂ ਉਹਨਾਂ ਦੇ ਬੇਸ 'ਤੇ ਆਪਾਂ ਪੜ੍ਹਾਂਗੇ ਕਿ ਕਿੰਨੀ ਟਾਈਪਸ ਦੇ ਹੁੰਦੇ ਆ। ਜਦੋਂ ਐਂਥਰ ਲੋਬਸ ਅਤੇ ਫਿਲਾਮੈਂਟਸ ਦਾ ਜਿਹੜਾ ਕਨੈਕਸ਼ਨ ਆ ਉਹਨੂੰ ਅਸੀਂ ਕਹਿੰਦੇ ਹਾਂ ਕਨੈਕਟਿਵ। ਇਟ ਇਜ਼ ਕਾਲਡ ਕਨੈਕਟਿਵ। ਠੀਕ ਹੈ, ਕਨੈਕਟਿਵ। ਹੁਣ ਇਹ ਸਾਡੇ ਕੋਲ ਜਿਹੜੀ ਹੈਗੀ ਆ ਮੇਨ ਜਿਹੜੀ ਜਨਰਲ ਅਸੀਂ ਕਹਿ ਸਕਦੇ ਹਾਂ, ਜਿਹੜੀ ਜਨਰਲ ਇੱਕ ਸਟਰਕਚਰ ਆ, ਜਿਹੜੀ ਮੋਸਟ ਕਾਮਨ ਕਹਿ ਸਕਦੇ ਹਾਂ ਐਂਥਰ ਦੇ ਵਿੱਚ। ਉਸ ਤੋਂ ਬਾਅਦ ਐਂਥਰ ਲੋਬਸ ਕਿੰਨੀਆਂ ਪ੍ਰੈਜ਼ੈਂਟ ਆ ਉਹਦੇ ਬੇਸ 'ਤੇ ਅਸੀਂ ਐਂਥਰਸ ਨੂੰ ਡਿਵਾਈਡ ਕਰਦੇ ਹਾਂ ਕਿ ਨੰਬਰ ਆਫ ਐਂਥਰ ਲੋਬਸ ਕਿੰਨੇ ਆ। ਨੰਬਰ ਆਫ ਐਂਥਰ ਲੋਬਸ ਜਿਹੜੇ ਆ ਉਹ ਕਿੰਨੇ ਆ, ਉਹਦੇ ਬੇਸ ਤੇ ਆਪਾਂ ਐਂਥਰਸ ਨੂੰ ਡਿਸਕਰਾਈਬ ਕਰਦੇ ਹਾਂ। ਸਾਡੇ ਕੋਲ ਫਸਟ ਵਨ ਇਜ਼ ਦਾ ਡਾਈਥੀਕਸ। CEOUS, ਡਾਈਥੀਕਸ। ਡਾਈਥੀਕਸ ਉਹ ਵਾਲਾ ਐਂਥਰ ਹੋਏਗਾ ਜਿਹਦੀਆਂ 2 ਲੋਬਸ ਹੋਣਗੀਆਂ, 2 ਐਂਥਰ ਲੋਬਸ ਹੋਣਗੀਆਂ ਜਿਹਦੀਆਂ
ਉਹਨੂੰ ਅਸੀਂ ਕਵਾਂਗੇ ਸਾਡੇ ਕੋਲ ਉਹ ਡਾਇਥੀਕਸ ਆ। ਐਂਡ ਇਟ ਇਜ਼ ਅ ਯੂਨੀਵਰਸਲ ਕੰਡੀਸ਼ਨ, ਜਿਹੜੀ ਆਪਾਂ ਪਹਿਲਾਂ ਵੀ ਡਰਾ ਕਰ ਚੁੱਕੇ ਹਾਂ। ਇਹ ਯੂਨੀਵਰਸਲ ਕੰਡੀਸ਼ਨ ਆ, ਮਤਲਬ ਮੋਸਟ ਕਾਮਨ ਜਿਹੜੀਆਂ ਫੈਮਲੀਜ਼ ਹੋਣਗੀਆਂ ਐਂਜੀਓਸਪਰਮਿਕ, ਉਹਨਾਂ ਦੇ ਵਿੱਚ ਇਹ ਕੰਡੀਸ਼ਨ ਜਿਹੜੀ ਆ ਉਹ ਪਾਈ ਜਾਊਗੀ। ਠੀਕ ਹੈ। ਸੈਕਿੰਡ ਵਨ ਇਜ਼ ਮੋਨੋਥੀਕਸ ਐਂਥਰ। ਮੋਨੋਥੀਕਸ ਦੇ ਵਿੱਚ ਕੀ ਹੋਊਗਾ, ਸਿਰਫ ਇੱਕ ਐਂਥਰ ਲੋਬ ਜਿਹੜੀ ਆ, ਵਨ ਐਂਥਰ ਲੋਬ ਇਜ਼ ਪ੍ਰੈਜ਼ੈਂਟ। ਠੀਕ ਹੈ। ਹੁਣ ਇਹ ਵਾਲੀ ਕੰਡੀਸ਼ਨ ਯੂਨੀਵਰਸਲ ਨਹੀਂ ਆ, ਸਿਰਫ ਤੇ ਸਿਰਫ ਕੁਝ ਫੈਮਲੀਜ਼ ਦੇ ਵਿੱਚ ਜਿਹੜੀ ਆ ਮੋਨੋਥੀਕਸ ਕੰਡੀਸ਼ਨ ਸਾਨੂੰ ਦਿਖੇਗੀ। ਉਹਦੀ ਅਸੀਂ ਫੈਮਲੀਜ਼ ਦਾ ਨਾਮ ਲਿਖ ਲੈਂਦੇ ਹਾਂ। ਪਹਿਲਾਂ ਇਹ ਜ਼ਰੂਰ ਇੱਥੇ ਯਾਦ ਕਰ ਲੈਣਾ ਕਿ ਇਹ ਰਿਸਟ੍ਰਿਕਟਡ ਆ, restricted to some families, not present in all families, some families। ਕਿਹੜੀਆਂ ਫੈਮਲੀਜ਼ ਨੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਇਹ ਵਾਲੀ ਕੰਡੀਸ਼ਨ ਜਿਹੜੀ ਉਹ ਪਾਈ ਜਾਂਦੀ, ਉਹ ਅਸੀਂ ਫੈਮਲੀਜ਼ ਦਾ ਨਾਮ ਲਿਖ ਲਵਾਂਗੇ। ਫੋਰ ਐਗਜ਼ਾਮਪਲ ਮਾਲਵੇਸੀ ਫੈਮਲੀ, ਆਪਾਂ ਜਿਹੜੀ ਕਾਟਨ ਵਾਲੀ ਫੈਮਲੀ ਕਹਿ ਸਕਦੇ ਹਾਂ, ਜਾਂ ਹਿਬਿਸਕਸ, ਚਾਈਨਾ ਰੋਜ਼ ਤੁਸੀਂ ਦੇਖਿਆ ਹੋਏਗਾ ਨੋਰਮਲੀ ਜਿਹੜੇ ਉਹਦੇ ਪਲਾਂਟਸ ਆ, ਉਹਨਾਂ ਦੇ ਵਿੱਚ ਸਾਨੂੰ ਇਹ ਕੰਡੀਸ਼ਨ ਜਿਹੜੀ ਆ ਉਹ ਫਲਾਵਰਸ ਦੇ ਵਿੱਚ ਉਹ ਕੰਡੀਸ਼ਨ ਮਿਲੂਗੀ ਮਾਲਵੇਸੀ ਫੈਮਲੀ ਦੇ ਵਿੱਚ। ਜਾਂ ਸੈਕਿੰਡ ਇਜ਼ ਕੁਕਰਬਿਟੇਸੀ ਫੈਮਲੀ ਜਿਹੜੀ ਆ ਉਹਦੇ ਵਿੱਚ ਸਾਨੂੰ ਉਹ ਵੀ ਰੇਅਰ ਆ, ਨਾਟ ਇਨ ਆਲ ਫੈਮਲੀਜ਼। ਠੀਕ ਹੈ, ਨਾਟ ਇਨ ਆਲ ਮੈਂਬਰਸ। ਮਾਲਵੇਸੀ ਐਂਡ ਕੁਕਰਬਿਟੇਸੀ ਦੇ ਕੁਝ ਪਲਾਂਟਸ ਜਿਹੜੇ ਆ ਸਾਨੂੰ ਮਿਲਣਗੇ ਜਿਹਦੇ ਵਿੱਚ ਸਾਡੇ ਕੋਲ ਜਿਹੜੀ ਆ ਮੋਨੋਥੀਕਸ ਕੰਡੀਸ਼ਨ ਹੋਏਗੀ। ਨੈਕਸਟ ਆਪਾਂ ਕਰਾਂਗੇ ਡਿਵੈਲਪਮੈਂਟ ਆਫ ਐਂਥਰ, ਕਿ ਐਂਥਰ ਜਿਹੜਾ ਹੈਗਾ ਆ ਮੇਲ ਪਾਰਟ, ਉਹਦੀ ਡਿਵੈਲਪਮੈਂਟ ਕਿਵੇਂ ਹੁੰਦੀ ਆ। ਉਹਦੇ ਵਿੱਚ ਅਸੀਂ ਕੀ ਕਰਨਾ ਹੈ, ਜਿਹੜੀ ਸਾਡੇ ਕੋਲ ਜਨਰਲ ਸਟਰਕਚਰ ਜਿਹੜੀ ਆਪਾਂ ਹੁਣੇ ਕੀਤੀ ਸੀਗੀ, ਜਿਹੜਾ ਡਾਇਥੀਕਸ ਐਂਥਰ ਹੈ ਇਹ ਵਾਲਾ, ਇਹਦਾ ਅਸੀਂ TS ਲਵਾਂਗੇ। ਠੀਕ ਹੈ, ਟਰਾਂਸਵਰਸ ਸੈਕਸ਼ਨ ਜਦੋਂ ਅਸੀਂ ਕੱਟ ਕਰਦੇ ਹਾਂ, ਜਦੋਂ ਅਸੀਂ ਇਹਦਾ TS ਲਵਾਂਗੇ ਤਾਂ ਸਾਡੇ ਕੋਲ ਇੱਕ ਇਸ ਤਰ੍ਹਾਂ ਦੀ ਸਟਰਕਚਰ ਜਿਹੜੀ ਆ ਉਹ ਅਪੀਅਰ ਹੋਏਗੀ ਜਦੋਂ ਵੀ ਅਸੀਂ ਇਹਦਾ TS ਕੱਟਾਂਗੇ ਤਾਂ। ਠੀਕ ਹੈ, ਇੱਦਾਂ ਦੀ ਕੰਡੀਸ਼ਨ ਸਾਡੇ ਕੋਲ ਇੱਕ ਅਪੀਅਰ ਹੋਏਗੀ। ਇਹਦੇ ਵਿੱਚ ਸਾਡੇ ਕੋਲ 4 ਲੋਬਸ ਹੋਣਗੀਆਂ, ਕਿਉਂਕਿ ਡਾਇਥੀਕਸ ਐਂਥਰ ਆ। ਜਦੋਂ ਅਸੀਂ ਕੋਈ ਵੀ ਇਸ ਚੀਜ਼ ਨੂੰ ਟਰਾਂਸਵਰਸ ਸੈਕਸ਼ਨ ਕੱਟ ਕਰਾਂਗੇ ਅਤੇ ਸਾਡੇ ਕੋਲ ਇਹ ਵਾਲੀ ਜਿਹੜੇ 4 ਹਿੱਸੇ ਦੀਆਂ 4 ਲੋਬਸ ਜਿਹੜੀਆਂ ਆ ਉਹ ਅਪੀਅਰ ਹੋਣਗੀਆਂ, ਅਤੇ ਇੱਥੇ ਸਾਡੇ ਕੋਲ ਜਿਹੜਾ ਹੋਏਗਾ ਉਹ ਹੋਏਗਾ ਕਨੈਕਟਿਵ। ਜਿਹੜਾ ਸਾਡੇ ਕੋਲ ਚੀਜ਼ ਅਪੀਅਰ ਹੋਏਗੀ ਉਹਨੂੰ ਅਸੀਂ ਕਹਾਂਗੇ ਕਨੈਕਟਿਵ। ਠੀਕ ਹੈ। ਹੁਣ ਇਹ ਵਾਲਾ ਜਿਹੜੀ ਸਾਡੇ ਕੋਲ ਮਾਈਕਰੋ ਸਪੋਰੈਂਜੀਆ ਦੀ ਡਿਵੈਲਪਮੈਂਟ ਆ, ਠੀਕ ਹੈ, ਉਹ ਜਿਹੜੇ ਟਿਸ਼ੂ ਤੋਂ ਹੁੰਦੀ ਆ ਜਾਂ ਉਹਦੇ ਵੱਖਰੇ ਵੱਖਰੇ ਸੈਲਸ ਹੁੰਦੇ ਆ, ਉਹਨਾਂ ਦਾ ਰੋਲ ਕੀ ਆ, ਉਹ ਆਪਾਂ ਇਸ ਚੀਜ਼ ਦੇ ਵਿੱਚ ਪੜ੍ਹਾਂਗੇ। ਹੁਣ ਸਾਡੇ ਕੋਲ ਇਹ ਵਾਲਾ ਜਿਹੜਾ ਆਪਾਂ TS ਲੈਂਦੇ ਹਾਂ ਜਾਂ TS ਦੇਖਦੇ ਹਾਂ, ਇਹਦੇ ਵਿੱਚ ਆਪਾਂ ਇੱਕ ਇਨਲਾਰਜ ਸਟਰਕਚਰ ਆਪਾਂ ਇੱਥੇ ਦੇਖਾਂਗੇ, ਜਿਹਦੇ ਵਿੱਚ ਅਸੀਂ ਇਹ ਵਾਲੀ ਇੱਕ ਲੋਬ ਨੂੰ, ਸਪੋਜ਼ ਕਿ ਸਾਡੇ ਕੋਲ ਕੋਈ ਇੱਕ ਲੋਬ ਹੈ, ਇਹਨਾਂ 4 ਵਿੱਚੋਂ ਕੋਈ ਇੱਕ ਦੀ ਆਪਾਂ ਇਨਲਾਰਜਡ ਸਟਰਕਚਰ ਜਿਹੜੀ ਆ ਉਹ ਦੇਖਾਂਗੇ ਕਿ ਇਹਨਾਂ ਦੇ ਵਿੱਚ ਹੁੰਦਾ ਕੀ। ਹੋਣੀ ਇਹਨਾਂ 4 ਦੇ ਵਿੱਚ ਪੋਲਨ ਦੀ ਫੋਰਮੇਸ਼ਨ ਹੀ ਆ, ਬਟ ਇਹਨਾਂ ਇੱਕ ਲੇਅਰ ਜਿਹੜਾ ਹੈ, ਇੱਕ ਨੂੰ ਅਸੀਂ ਇਨਲਾਰਜ ਕਰਕੇ ਦੇਖ ਰਹੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਆਊਟਰ ਮੋਸਟ ਲੇਅਰ ਆ, ਬਿਲਕੁਲ ਬਾਹਰ ਵਾਲੀ ਲੇਅਰ ਆ, ਕਾਲਡ ਐਂਡੋਥੀਸ਼ੀਅਮ ਆ। ਐਂਡ ਉਸ ਤੋਂ ਅੰਦਰ ਵਾਲੀ ਜਿਹੜੀ ਆਪਾਂ ਬਲੈਕ ਪੈਨ ਦੇ ਨਾਲ ਡਰਾ ਕੀਤੀ ਹੋਈ ਆ, ਇਹਨੂੰ ਅਸੀਂ ਕਹਾਂਗੇ ਕਿ ਇਹ ਸਾਡੇ ਕੋਲ ਪਰਾਈਟਲ ਲੇਅਰ ਆ। ਹੁਣ ਇੱਥੇ ਇੱਕ ਚੀਜ਼ ਸਮਝਣ ਵਾਲੀ ਕਿ ਅਸੀਂ ਇੱਥੇ ਮੈਂ ਲਿਖਿਆ ਸੈਕੰਡਰੀ ਪਰਾਈਟਲ ਲੇਅਰ। ਜਿਹੜੀ ਸੈਕੰਡਰੀ ਪਰਾਈਟਲ ਲੇਅਰ ਆ ਉਹ ਪਹਿਲਾਂ ਸੈਕੰਡਰੀ ਨਹੀਂ ਹੁੰਦੀ, ਉਹ ਪਹਿਲਾਂ ਜਦੋਂ ਇਮੈਚਿਓਰ ਹੁੰਦਾ ਆ, ਅਜੇ ਟਿਸ਼ੂ ਡਿਵੈਲਪ ਹੋ ਰਿਹਾ ਹੁੰਦਾ ਆ, ਉਦੋਂ ਉਹ ਪ੍ਰਾਇਮਰੀ ਪਰਾਈਟਲ ਲੇਅਰ ਹੁੰਦੀ ਆ। ਐਂਡ ਬਾਅਦ ਵਿੱਚ ਉਹ ਜਦੋਂ ਮੈਚਿਓਰ ਹੁੰਦੀ ਜਾਂਦੀ ਹੈ ਡਿਵੈਲਪਮੈਂਟ ਦੇ ਨਾਲ ਨਾਲ, ਉਹਨੇ ਸੈਕੰਡਰੀ ਪਰਾਈਟਲ ਲੇਅਰ ਜਿਹੜੀ ਆ ਉਹ ਬਣਦੀ ਜਾਂਦੀ ਹੈ। ਠੀਕ ਹੈ, ਉਸ ਤੋਂ ਨੈਕਸਟ ਵਾਲੀ ਜਿਹੜੀ ਆ ਲੇਅਰ, ਉਹਨੂੰ ਅਸੀਂ ਕਹਿੰਦੇ ਆ ਮਿਡਲ ਲੇਅਰ ਜਾਂ ਟੈਪੀਟਮ। ਠੀਕ ਹੈ, ਟੈਪੀਟਮ ਵੀ ਬੋਲ ਦਿੰਦੇ ਆ। ਜਿਹੜੀ ਟੈਪੀਟਮ ਆ, ਇਹਦਾ ਕੰਮ ਹੁੰਦਾ ਆ ਨਰਿਸ਼ਮੈਂਟ ਪ੍ਰੋਵਾਈਡ ਕਰਨਾ। ਠੀਕ ਹੈ, ਐਂਡ ਜਿਹੜਾ ਅੰਦਰ ਸਾਡੇ ਕੋਲ ਟਿਸ਼ੂ ਹੈਗੇ ਆ, ਉਹਨੂੰ ਅਸੀਂ ਕਹਿੰਦੇ ਆ ਸਾਡੇ ਕੋਲ ਉਹ ਸਪੋਰੋਜੀਨਸ ਟਿਸ਼ੂ ਆ। ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਜਿਹੜੀ ਆ
ਟੈਪੀਟਮ ਆ ਇਹ ਸਪੋਰੋਜੀਨਸ ਟਿਸ਼ੂ ਦੇ ਨਾਲ ਕਨੈਕਸ਼ਨ 'ਚ ਆ, ਬਾਕੀ ਲੇਅਰਸ ਦੂਰ ਆ। ਹੁਣ ਜਿਹੜੇ ਸਪੋਰੋਜੀਨਸ ਟਿਸ਼ੂ ਆ ਉਹਨਾਂ ਨੂੰ ਪੋਲਨਸ ਡਿਵੈਲਪ ਕਰਨ ਲਈ ਜਾਂ ਉਹਨਾਂ ਨੂੰ ਮੈਚਿਓਰ ਹੋਣ ਲਈ ਨਰਿਸ਼ਮੈਂਟ ਦੀ ਲੋੜ ਆ। ਉਹ ਜਿਹੜੀ ਨਰਿਸ਼ਮੈਂਟ ਲੈਣੀ ਆ ਉਹਨਾਂ ਨੂੰ ਟੈਪੀਟਮ ਕੋਲੋਂ ਲੈਣੀ ਆ, ਠੀਕ ਹੈ। ਹੁਣ ਜਿਹੜੇ ਇਹ ਵਾਲੇ ਹੁੰਦੇ ਆ, ਜਿਹੜੀ ਟੈਪੀਟਮ ਹੁੰਦੀ ਆ ਜਾਂ ਸਪੋਰੋਜੀਨਸ ਟਿਸ਼ੂ ਹੁੰਦਾ, ਕੀ ਇਹਨਾਂ ਵਿੱਚ ਕੋਈ ਕਨੈਕਸ਼ਨ ਹੁੰਦਾ? ਯੈਸ, ਇਹਨਾਂ ਦੇ ਵਿੱਚ plasmodesmata ਔਰ ਸਾਈਟੋਪਲਾਜ਼ਮਿਕ ਚੈਨਲਸ ਜਿਹੜੇ ਨੇ ਉਹਨਾਂ ਦੀ ਅਪੀਅਰੈਂਸ ਹੁੰਦੀ ਆ, ਜਿਹਦੀ ਵਜ੍ਹਾ ਦੇ ਨਾਲ ਇਹ ਆਪਣੀ ਨਰਿਸ਼ਮੈਂਟ ਜਿਹੜੀ ਆ ਉਹ ਲੈ ਪਾਉਂਦਾ ਸਪੋਰੋਜੀਨਸ ਟਿਸ਼ੂ ਟੈਪੀਟਮ ਕੋਲੋਂ, ਬਿਕਾਜ਼ ਇਹਨੇ ਡਿਵਾਈਡ ਕਰਨਾ ਹੁੰਦਾ ਆ, ਇਹਨੂੰ ਨਰਿਸ਼ਮੈਂਟ ਦੀ ਲੋੜ ਆ, ਇਸ ਕਰਕੇ। ਹੁਣ ਸਾਡੇ ਕੋਲ ਜਿੰਨੇ ਵੀ ਆ ਸਪੋਰੋਜੀਨਸ ਟਿਸ਼ੂ ਆ, ਜਿਹੜੀਆਂ ਆਪਾਂ ਚਾਰੇ ਲੋਬਸ ਦੇਖਦੇ ਪਏ ਹਾਂ ਨਾ, ਚਾਰੇ ਲੋਬਸ ਦੇ ਵਿੱਚ ਉਹ ਸਾਡੇ ਕੋਲ ਸਾਰੇ ਨਹੀਂ ਡਿਵਾਈਡ ਹੁੰਦੇ, ਠੀਕ ਹੈ। ਕੁਝ ਸੈਲਸ ਡੀਜਨਰੇਟ ਕਰ ਜਾਂਦੇ ਆ ਅਤੇ ਕੁਝ ਜਿਹੜੇ ਆ ਉਹ ਇਨਲਾਰਜ ਹੋਣਾ ਸ਼ੁਰੂ ਹੋ ਜਾਂਦੇ ਆ। ਇਹਦੇ ਵਿੱਚੋਂ ਜਿਹੜਾ ਸਾਡੇ ਕੋਲ ਸਪੋਰੋਜੀਨਸ ਹੈਗਾ ਆ ਟਿਸ਼ੂ, ਇਹਦੇ ਵਿੱਚੋਂ ਕੁਝ ਸੈਲਸ ਡੀਜਨਰੇਟ ਕਰ ਜਾਣਗੇ, ਠੀਕ ਹੈ। ਸਮ ਸੈਲਸ ਡੀਜਨਰੇਟ ਕਰ ਜਾਣਗੇ ਐਂਡ ਜਿਹੜੇ ਆ ਕੁਝ ਉਹਨਾਂ ਵਿੱਚੋਂ ਉਹ ਇਨਲਾਰਜ ਹੋਣਾ ਸ਼ੁਰੂ ਹੋ ਜਾਣਗੇ ਐਂਡ ਬਣਾਉਣਗੇ ਮਾਈਕਰੋਸਪੋਰ ਮਦਰ ਸੈਲ, MMC, ਇਹਨੂੰ ਮੋਸਟਲੀ MMC ਲਿਖ ਦਿੰਦੇ ਆ, ਮਾਈਕਰੋਸਪੋਰ ਮਦਰ ਸੈਲ। ਇਹਦੇ ਕੁਝ ਸੈਲ ਡੀਜਨਰੇਟ ਹੋ ਗਏ ਐਂਡ ਜਿਹੜੇ ਰਿਮੇਨਿੰਗ ਸੈਲਸ ਹੋਣਗੇ ਉਹ ਕੀ ਬਣਾਉਣਗੇ? ਮਾਈਕਰੋਸਪੋਰ ਮਦਰ ਸੈਲ, ਠੀਕ ਹੈ। ਮਾਈਕਰੋਸਪੋਰ ਮਦਰ ਸੈਲ ਦਾ ਦੂਜਾ ਨਾਮ ਆ ਪੋਲਨ ਮਦਰ ਸੈਲ ਵੀ ਇਹਨਾਂ ਨੂੰ ਕਹਿ ਦਿੰਦੇ ਆ। ਹੁਣ ਆਪਾਂ ਜਿੰਨਾ ਵੀ ਪੜ੍ਹਿਆ ਇਹਦੇ ਵਿੱਚ ਅਸੀਂ ਅਜੇ ਤੱਕ ਇਹ ਨਹੀਂ ਕਿਹਾ ਕਿ ਇਹਦੇ 'ਚ ਡਿਵੀਜ਼ਨ ਕਿਹੜੀ ਹੋਈ ਆ, ਮਾਈਟੋਸਿਸ ਹੋਈ ਆ ਜਾਂ ਮਿਓਸਿਸ ਹੋਈ ਆ। ਸਾਨੂੰ ਪਤਾ ਆ ਕਿ ਜਿਹੜੀ ਮਾਈਟੋਸਿਸ ਆ ਦੈਟ ਇਜ਼ ਇਕੁਏਸ਼ਨਲ ਡਿਵੀਜ਼ਨ, ਮੀਨਸ ਕਿ ਉਹਦਾ ਜਿਹੜਾ ਕ੍ਰੋਮੋਜ਼ੋਮ ਨੰਬਰ ਆ ਉਹ ਸੇਮ ਰਹਿੰਦਾ ਐਂਡ ਮਿਓਸਿਸ ਇਜ਼ ਕਾਲਡ ਰਿਡਕਸ਼ਨਲ ਡਿਵੀਜ਼ਨ, ਕਿ ਉਹਦਾ ਜਿਹੜਾ ਨੰਬਰ ਆ, ਕ੍ਰੋਮੋਜ਼ੋਮ ਨੰਬਰ ਆ, ਉਹ ਹਾਫ ਹੋ ਜਾਂਦਾ ਹੈ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੋਣਾ ਆ ਆਪਾਂ ਦੇਖਾਂਗੇ ਅੱਗੇ ਕਿ ਜਿਹੜੀ ਸਾਡੇ ਕੋਲ MMC ਆ ਜਾਂ PMC ਐਜ਼ ਵੀ ਨੋ ਕਿ ਪੋਲਨ ਮਦਰ ਸੈਲ ਜਾਂ ਮਾਈਕਰੋਸਪੋਰ ਮਦਰ ਸੈਲ, ਉਹਨੇ ਵਿੱਚ ਮਿਓਸਿਸ ਹੋਏਗੀ ਮਤਲਬ ਉਹਦਾ ਕ੍ਰੋਮੋਜ਼ੋਮ ਨੰਬਰ ਕੀ ਹੋ ਗਿਆ? ਹਾਫ ਹੋ ਗਿਆ। ਕ੍ਰੋਮੋਜ਼ੋਮ ਹਾਫ ਹੋ ਗਿਆ ਮਤਲਬ ਜਿਹੜੇ ਸਾਡੇ ਕੋਲ ਮਾਈਕਰੋਸਪੋਰਸ ਹੋਣਗੇ ਉਹਨਾਂ ਨੇ, ਸਪੋਜ਼ ਕਿ ਆਪਾਂ ਇੱਥੇ ਐਗਜ਼ਾਮਪਲ ਦੇਖ ਲੈਂਦੇ ਹਾਂ। ਮੰਨ ਲਓ ਹੈ ਸਾਡੇ ਕੋਲ ਕੋਈ ਵੀ ਆਪਾਂ ਇੰਨੇ ਪੂਰੇ ਸੈਲਸ ਦੇ ਵਿੱਚੋਂ ਕੋਈ ਵੀ ਇੱਕ ਸੈੱਲ ਇੱਥੇ ਕਾਊਂਟ ਕਰ ਰਹੇ ਹਾਂ, ਸਾਰੇ ਨਹੀਂ ਕਰ ਸਕਦੇ, ਇਸ ਕਰਕੇ ਆਪਾਂ ਇੱਕ ਦੀ ਐਗਜ਼ਾਮਪਲ ਲਵਾਂਗੇ ਕਿ ਇਹਦੇ ਵਿੱਚ ਮਿਓਸਿਸ ਹੋਈ ਆ ਹੁਣ, ਠੀਕ ਹੈ। ਮਿਓਸਿਸ ਹੋਈ ਮਤਲਬ ਇਹਦੇ ਵਿੱਚ 4 ਸੈੱਲ ਜਿਹੜੇ ਆ ਉਹ ਸਾਡੇ ਕੋਲ ਫਾਰਮ ਹੋ ਗਏ। ਸਾਨੂੰ ਪਤਾ ਹੈ ਕਿ ਜਦੋਂ ਮਿਓਸਿਸ ਹੁੰਦੀ ਆ ਅਤੇ 2 ਵਾਰ ਡਿਵੀਜ਼ਨ ਹੁੰਦੀ ਆ ਅਤੇ ਉਹਦਾ ਜਿਹੜਾ ਅਲਟੀਮੇਟ ਰਿਜ਼ਲਟ ਹੁੰਦਾ ਉਹ 4 ਸੈੱਲ ਫਾਰਮ ਹੁੰਦੇ ਆ, ਠੀਕ ਹੈ। ਇਹਨਾਂ ਚਾਰਾਂ ਨੂੰ ਅਸੀਂ ਕੀ ਕਹਿ ਦਾਂਗੇ? ਮਾਈਕਰੋਸਪੋਰਸ, ਠੀਕ ਹੈ। ਮਾਈਕਰੋਸਪੋਰਸ ਮਤਲਬ ਸਾਡੇ ਕੋਲ ਇਹ ਕਿਹੜਾ ਗਰੁੱਪ ਆਇਆ? ਟੈਟਰਾਡ ਗਰੁੱਪ ਆਇਆ, ਠੀਕ ਹੈ। ਗਰੁੱਪ ਆਫ 4 ਮਾਈਕਰੋਸਪੋਰਸ produced after meiosis, ਠੀਕ ਹੈ। ਮਿਓਸਿਸ ਤੋਂ ਬਾਅਦ ਸਾਡੇ ਕੋਲ ਜਿਹੜੇ 4 ਮਾਈਕਰੋਸਪੋਰ ਆ ਉਹਨਾਂ ਦੀ ਫਾਰਮੇਸ਼ਨ ਜਿਹੜੀ ਆ ਉਹ ਸਾਡੇ ਕੋਲ ਹੋਈ ਹੈ। ਜਦੋਂ ਇਹਨਾਂ ਦੀ ਡਿਵੈਲਪਮੈਂਟ ਹੁੰਦੀ ਆ, ਜਦੋਂ ਇਹਨਾਂ ਦੀ ਫਾਰਮੇਸ਼ਨ ਹੋਈ, ਉਦੋਂ ਤੱਕ ਤੇ ਇਹ ਜਿਹੜੇ ਚਾਰੋਂ ਮਾਈਕਰੋਸਪੋਰ ਆ ਇਹ ਆਪਸ ਵਿੱਚ ਅਟੈਚ ਰਹੇ, ਠੀਕ ਹੈ। ਇਹਨਾਂ ਦੀ ਅਟੈਚਮੈਂਟ ਦੀ ਵਜ੍ਹਾ ਜਿਹੜੀਆਂ ਇਹ ਚਾਰੇ ਵਾਲਸ ਨੇ, ਇਹਨਾਂ ਦੀ ਅਟੈਚਮੈਂਟ ਕਿਹਦੀ ਕਰਕੇ ਹੁੰਦੀ ਆ? ਕੈਲੋਜ਼ ਕਰਕੇ, ਠੀਕ ਹੈ। ਕੈਲੋਜ਼ ਜਿਹੜੀ ਆ ਉਹ ਸਾਡੇ ਕੋਲ ਇਹਦੇ ਨਾਲ ਅਟੈਚਡ ਰਹਿੰਦੀ ਹੈ। ਹੁਣ ਜਦੋਂ ਇਹਨਾਂ ਨੇ ਲਿਬਰੇਟ ਹੋਣਾ ਹੈ, ਕੋਈ ਵੀ ਚੀਜ਼ ਮੈਚਿਓਰ ਹੋਊਗੀ ਅਤੇ ਉਹਦੀਆਂ ਵਾਲਸ ਬ੍ਰੇਕ ਕਰਕੇ ਉਹਨੇ ਲਿਬਰੇਟ ਹੋਣਾ, ਬਿਕਾਜ਼ ਪੋਲਨ need to be spread out for the pollination or the formation of seeds in various ਕਿਉਂਕਿ ਸਾਡੇ ਕੋਲ ਇਹਦੀ ਇੱਕ ਏਜ ਹੁੰਦੀ ਆ ਪੂਰੀ ਕਿਸੇ ਵੀ ਚੀਜ਼ ਦੀ। ਜਿਹੜੇ ਇਹ ਮਾਈਕਰੋਸਪੋਰ ਸਾਡੇ ਕੋਲ
ਅਟੈਚ ਸੀਗੇ ਕੈਲੋਜ਼ ਪਲੱਗਸ ਕਰਕੇ ਜਾਂ ਕੈਲੋਜ਼ ਕਰਕੇ, ਉਹਨਾਂ ਨੂੰ ਡਿਜ਼ੋਲਵ ਕਰਨਾ ਇੱਥੇ ਸਾਡੇ ਕੋਲ ਕੈਲੇਜ਼ ਐਂਜ਼ਾਈਮ। ਇੱਕ ਸਾਡੇ ਕੋਲ ਐਂਜ਼ਾਈਮ ਦੀ ਫਾਰਮੇਸ਼ਨ ਹੋਏਗੀ, ਉਹਨੂੰ ਅਸੀਂ ਕਹਾਂਗੇ ਕੈਲੇਜ਼ ਐਂਜ਼ਾਈਮ। ਕੈਲੇਜ਼ ਨੇ ਕੀ ਕਰਨਾ, ਇਹ ਵਾਲੀਆਂ ਜਿਹੜੀਆਂ ਵਾਲਸ ਨੇ ਉਹਨਾਂ ਨੂੰ ਵੱਖਰੀਆਂ ਕਰ ਦੇਣਾ, ਉਹਨਾਂ ਨੂੰ ਡਿਸੋਸੀਏਟ ਕਰ ਦੇਣਾ। ਜਦੋਂ ਇਹਦੀਆਂ ਵਾਲਸ ਬ੍ਰੇਕ ਹੋ ਗਈਆਂ, ਠੀਕ ਹੈ, ਵਾਲਸ ਬ੍ਰੇਕ ਹੋ ਗਈਆਂ ਤੇ ਇਹ ਮਾਈਕਰੋਸਪੋਰ ਕੀ ਹੋ ਜਾਣਗੇ, ਸੈਪਰੇਟ ਹੋ ਜਾਣਗੇ। ਇਹ ਚਾਰੇ ਮਾਈਕਰੋਸਪੋਰ ਜਿਹੜੇ ਆ ਉਹ ਸੈਪਰੇਟ ਹੋ ਜਾਣਗੇ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੁਝ ਪੋਲਨਸ ਨੇ, ਮੋਸਟਲੀ ਜਦੋਂ ਆਪਾਂ ਕੋਈ ਵੀ ਫਲਾਰ ਟੱਚ ਕਰਦੇ ਹਾਂ ਤੇ ਆਪਾਂ ਇਹ ਅਬਜ਼ਰਵ ਕਰ ਸਕਦੇ ਹਾਂ ਕਿ ਸਾਡੇ ਕੋਲ ਜਿਹੜਾ ਫਲਾਰ ਹੁੰਦਾ ਆ ਉਹਦੇ ਅਸੀਂ ਪੋਲਨ ਟੱਚ ਕਰੀਏ ਤੇ ਪਾਊਡਰੀ ਮਟੀਰੀਅਲ ਅਸੀਂ ਈਜ਼ੀਲੀ ਦੇਖ ਸਕਦੇ ਹਾਂ। ਬਟ ਕੁਝ ਇਹੋ ਜਿਹੇ ਪਲਾਂਟਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਪੋਲਨ ਦੇਖਦੇ ਹਾਂ ਕਿ ਉਹ ਐਡਹੇਅਰਡ ਰਹਿੰਦੇ ਆ, ਸਾਨੂੰ ਉਹਦੀ ਪਾਊਡਰੀ ਫਾਰਮ ਨਜ਼ਰ ਨਹੀਂ ਆਉਂਦੀ। ਉਹਦੇ ਵਿੱਚ ਇਹ ਹੁੰਦਾ ਹੈ ਕਿ ਇਹ ਵਾਲੀਆਂ ਵਾਲਸ ਜਿਹੜੀਆਂ ਨੇ ਇਹ ਬ੍ਰੇਕ ਨਹੀਂ ਹੁੰਦੀਆਂ, ਠੀਕ ਹੈ। ਉਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਵਿੱਚ ਨੇ ਕੰਪਾਊਂਡ ਪੋਲਨ ਗ੍ਰੇਨ, ਠੀਕ ਹੈ। ਕੰਪਾਊਂਡ ਪੋਲਨ ਗ੍ਰੇਨ ਆ, ਮਤਲਬ ਉਹਦੀਆਂ ਵਾਲਸ ਜੁੜੀਆਂ ਰਹੀਆਂ, ਉਹਦੇ ਜਿਹੜੇ ਵਾਲਸ ਨੇ ਸੈਪਰੇਟ ਹੋਣਾ ਸੀ ਉਹ ਨਹੀਂ ਹੋ ਪਾਏ, ਠੀਕ ਹੈ। ਉਹਦੇ ਵਿੱਚ ਆ ਜਾਂਦੀ ਐਗਜ਼ਾਮਪਲ ਸਾਡੇ ਕੋਲ ਆਰਕੀਡੇਸੀ ਫੈਮਿਲੀ ਦੀ ਆ ਜਾਂਦੀ ਆ ਜਾਂ ਐਸਕਲੀਪੀਡੇਸੀ ਫੈਮਿਲੀ ਆ, ਠੀਕ ਹੈ। ਇਹਦੀ ਐਗਜ਼ਾਮਪਲ ਕਿਹਦੇ ਵਿੱਚ ਮਿਲੇਗੀ ਸਾਨੂੰ, ਆਰਕੀਡੇਸੀ ਜਾਂ ਐਸਕਲੀਪੀਡੇਸੀ। ਠੀਕ ਹੈ। ਇਹਦੇ ਵਿੱਚ ਐਸਕਲੀਪੀਡੇਸੀ ਦੇ ਵਿੱਚ ਤੁਸੀਂ ਨੋਰਮਲ ਦੇਖਿਆ ਹੋਏਗਾ ਅੱਕ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕੈਲੋਟ੍ਰੋਪਸ, ਕੈਲੋਟ੍ਰੋਪਸ ਜਾਂ ਅੱਕ ਜਿਹਨੂੰ ਆਪਾਂ ਨੋਰਮਲ ਲੈਂਗੁਏਜ 'ਚ ਕਹਿ ਦਿੰਦੇ ਹਾਂ। ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਉਹਦੇ ਜਿਹੜੇ ਪੋਲਨਸ ਨੇ ਉਹ ਪਾਊਡਰੀ ਫਾਰਮ 'ਚ ਨਹੀਂ ਹੁੰਦੇ, ਐਡਹੇਅਰਡ ਰਹਿੰਦੇ ਨੇ, ਠੀਕ ਹੈ। ਇਹਨਾਂ ਦੇ ਜਿਹੜੇ ਪੋਲਨਸ ਨੇ ਉਹ ਐਡਹੇਅਰਡ ਰਹਿੰਦੇ ਆ, ਕੰਪਾਊਂਡ ਰਹਿੰਦੇ ਆ, ਡਿਸੋਸੀਏਟ ਨਹੀਂ ਹੁੰਦੇ। ਅਤੇ ਉਹ ਵਾਲੀ ਜਿਹੜੀ ਸਾਡੇ ਕੋਲ ਸਟਰਕਚਰ ਬਣਦੀ ਹੈ, ਜਿਹੜਾ ਇੱਕ ਪੋਲਨਸ ਦਾ ਗਰੁੱਪ ਬਣਦਾ ਹੈ, ਉਹਨੂੰ ਅਸੀਂ ਕੀ ਕਹਾਂਗੇ, ਉਹਨੂੰ ਅਸੀਂ ਕਹਿ ਦਾਂਗੇ ਪੋਲੀਨੀਅਮ। ਪੋਲੀਨੀਅਮ ਦੀ ਫਾਰਮੇਸ਼ਨ ਸਾਡੇ ਕੋਲ ਜਿਹੜੀ ਆ ਉਹ ਹੁੰਦੀ ਹੈ।